ਮੇਰੇ ਖਿਆਲ ਨਾਲ ਵਰਲਡ ਦਾ ਸਭ ਤੋਂ ਫਾਈਨੈਸਟ ਅੰਦੋਲਨ ਜਿਹੜਾ ਇਹ ਚੱਲ ਰਿਹਾ ਪਿੱਛੇ ਜੇ ਯੂਐਸ ਵਿੱਚ ਵੀ ਹੁਣ ਇੱਕ ਰਿਵੋਲਟ ਹੋਇਆ ਸੀ, ਉਹਦੇ 'ਚ ਮੌਲਾਂ ਦੇ ਮੌਲ ਲੁੱਟੇ ਗਏ ਸੀ। ਅਸੀਂ ਬੜਾ ਉਹਨੂੰ ਸਿਵਲਾਈਜ਼ਡ ਕੰਟਰੀ ਸਮਝਦੇ ਹਾਂ। ਲੋਕ ਇੱਦਾਂ ਜੁੜ ਗਏ ਨੇ ਕਿ ਨੁਕਸਾਨ ਵਾਲੀ ਇਹ ਗੱਲ ਤਾਂ ਬੜੀ ਦੂਰ ਦੀ ਗੱਲ ਹੈ, ਲੋਕੀ ਇਮੋਸ਼ਨਲੀ ਜੁੜ ਗਏ ਨੇ। ਅੱਜ ਉਹ ਲੋਕ ਅੱਗੇ ਆ ਗਏ ਜਿਹੜੇ ਕਹਿ ਰਹੇ ਜ਼ਮੀਨ ਨਹੀਂ ਹੈ ਤਾਂ ਕੀ ਹੈ, ਜ਼ਮੀਰ ਤਾਂ ਹੈ ਨਾ। ਕਿ ਪੰਜਾਬੀ ਸਿਨੇਮਾ ਜ਼ਿੰਮੇਵਾਰੀ ਚੱਕੂਗਾ ਜੋ ਕਿਸਾਨਾਂ ਦਾ ਧਰਨਾ ਲੱਗਿਆ ਉਸ ਦੁਕਾਨ 'ਚ? ਇਹਦੇ ਤੇ ਪੰਜਾਬੀ ਫਿਲਮ ਤਾਂ ਬਣੇਗੀ ਜਾਂ ਨਹੀਂ ਬਣੇਗੀ ਮੈਨੂੰ ਪਤਾ ਨਹੀਂ। ਇਹਦੇ ਤੇ ਤੁਹਾਨੂੰ ਹਾਲੀਵੁੱਡ ਤੇ ਫਿਲਮ ਬਣੀ ਜ਼ਰੂਰ ਮਿਲੇਗੀ। ਬਿਆਨ ਅਲੱਗ-ਅਲੱਗ ਆਉਂਦੇ ਨੇ। ਪੀਐਮ ਸਾਹਿਬ ਨੇ 84 ਦਾ ਜ਼ਿਕਰ ਕੀਤਾ ਹੈ, 47 ਦਾ ਜ਼ਿਕਰ ਕੀਤਾ ਹੈ। ਕਿਉਂ ਲੋੜ ਪੈ ਗਈ ਬੋਲਣ ਦੀ? ਕਿ ਉਹ ਸਾਨੂੰ ਦਿਖਾਇਆ ਜਾਵੇ ਕਿ 84 'ਚ ਕੀ ਹੋਇਆ ਸੀ, 47 'ਚ ਕੀ ਹੋਇਆ ਸੀ। 84 ਜਾਂ 47 ਕਦੇ ਪੰਜਾਬੀਆਂ ਨੂੰ ਭੁੱਲ ਹੀ ਨਹੀਂ ਸਕਦੀ। ਉਹਦਾ ਜ਼ਿਕਰ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਕੋਈ ਫਰਕ ਨਹੀਂ ਪੈਂਦਾ। ਕਿਸਾਨੀ ਮੁੱਦੇ ਤੇ ਅੱਜ ਵੀ ਖੜੇ ਆ, ਕਿਸਾਨਾਂ ਦੇ ਨਾਲ ਇਸ ਪਲ ਵੀ ਖੜੇ ਆ, ਕੱਲ ਨੂੰ ਵੀ ਖੜੇ ਹੋਵਾਂਗੇ। ਜਦ ਤੱਕ ਅੰਦੋਲਨ ਚੱਲਦਾ ਨਾਲ ਹੀ ਖੜੇ ਅੰਦੋਲਨ ਦੇ। ਕਿਸਾਨਾਂ ਦੀ ਜੋ ਸ਼ਹੀਦਾਂ ਦੀ ਗੱਲ ਹੁੰਦੀ ਹੈ, ਪੋਲਿਟਿਕਸ ਪਾਰਟੀਆਂ ਕਿਉਂ ਨਹੀਂ ਬੋਲਦੀਆਂ? ਤੁਸੀਂ ਵੀ ਬੋਲਦੇ ਹੋ ਵੀ ਨਾਲ ਖੜੇ ਹੋ, ਇਹ ਕਿਉਂ ਨਹੀਂ ਬੋਲਦੀਆਂ ਜਾ ਕੇ? ਪਿਛਲੇ ਕਈ ਸਾਲਾਂ ਤੋਂ, ਦਹਾਕਿਆਂ ਤੋਂ ਚੱਲਦਾ ਆ ਰਿਹਾ ਸੀ ਕਿ ਕੋਈ ਵੀ ਨੈਰੇਟਿਵ ਸੈੱਟ ਕਰਕੇ ਤੁਸੀਂ ਲੋਕਾਂ ਨੂੰ ਦਬਾ ਦਿਓ। ਮੇਰੇ ਖਿਆਲ ਨਾਲ ਅੱਜ ਲੋਕਾਂ ਨੂੰ ਬੋਲਣ ਦੀ ਇੱਕ ਸਮਝ ਆਏਗੀ ਕਿ ਬੋਲਣ ਦੀ ਵੈਲਿਊ ਕੀ ਹੁੰਦੀ ਹੈ। ਜਦੋਂ ਸਿੰਘੂ ਬਾਰਡਰ ਗਏ ਸੀ ਤੁਸੀਂ ਵੀ ਅੱਖ ਵਿੱਚ ਖੜੇ ਸੀ, ਅੱਜ ਤੁਸੀਂ ਕਮੈਂਟ ਨਹੀਂ ਕਰਦੇ। ਲੱਗਦਾ ਕਿ ਬੋਲਣਾ ਚਾਹੀਦਾ ਦੀਪ ਸਿੱਧੂ ਦੇ ਮੁੱਦਿਆਂ ਤੇ। ਸਰਕਾਰੀ ਗੈਰ ਸਰਕਾਰੀ ਜੋ ਲੋਕ ਇਨਵੋਲਵਡ ਸੀਗੇ ਉਹ ਸਾਰਿਆਂ ਤੇ ਹੋਣੀ ਚਾਹੀਦੀ, ਕਿਸੇ ਇੱਕ ਨੂੰ ਟਾਰਗੇਟ ਕਰਕੇ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ। ਲੈਲਨ ਨੇ ਕਿਹਾ ਸੀ ਕਿ ਤੁਸੀਂ ਆਪਣੇ 2 ਗਾਣੇ ਮੈਨੂੰ ਦੇ ਦਿਓ, ਤੁਹਾਨੂੰ ਦੱਸ ਦੇਣਗੇ ਕਿ ਤੁਹਾਡੇ ਨੌਜਵਾਨ ਦਾ ਭਵਿੱਖ ਕਿਹੜੇ ਪਾਸੇ ਆ। ਸਿਨੇਮਾ ਉਹ ਕਿਰਦਾਰ ਹੁੰਦਾ ਜਿੱਥੇ ਆਸ-ਪਾਸ ਦੇ ਜਾਂ ਸਮਾਜਿਕ ਕਿਰਦਾਰ ਨੂੰ ਦਿਖਾਇਆ ਜਾਂਦਾ, ਸਮਾਜ ਵਿੱਚ ਵਾਪਰ ਕੀ ਰਿਹਾ, ਸਮਾਜ ਵਿੱਚ ਕੀ ਵਾਪਰ ਰਿਹਾ, ਕੀ ਚੱਲਦਾ ਪਿਆ। ਲੈਲਨ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਵਾਕਈ ਹੀ ਨੌਜਵਾਨ ਕਿਹੜੇ ਪਾਸੇ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿਨੇਮਾ ਕਿਹੜੇ ਪਾਸੇ ਜਾਊਗਾ, ਇਸ ਉੱਪਰ ਵੀ ਸਵਾਲ ਹੈ। ਕਿਉਂਕਿ ਕਿਸਾਨੀ ਧਰਨੇ ਲੱਗੇ ਹੋਏ ਨੇ, ਕਿ ਕਿਸਾਨੀ ਧਰਨੇ ਵੀ ਕਿਤੇ ਨਾ ਕਿਤੇ ਸਿਨੇਮੇ ਦਾ ਰੁੱਖ ਮੋੜਨਗੇ। ਸਾਨੂੰ ਗੁਰਪ੍ਰੀਤ ਸਿੰਘ ਘੁੱਗੀ ਨਾਲ ਆਪਾਂ ਨਾਲ ਗੱਲਬਾਤ ਕਰਾਂਗੇ। ਭਾਈ ਪਹਿਲਾਂ ਮੈਂ ਸਵਾਲ ਇਹ ਕਿ ਲੈਲਨ ਦੀ ਗੱਲਾਂ ਸ਼ਾਇਦ ਤੁਹਾਨੂੰ ਯਾਦ ਹੋਣੀਆਂ, ਤੁਸੀਂ ਵੀ ਕਿਤਾਬਾਂ ਵਗੈਰਾ ਪੜ੍ਹਦੇ ਹੋ। ਕਿਹੜੇ ਪਾਸੇ ਅੰਦੋਲਨ ਜਾਊਗਾ? ਦੂਸਰੇ ਪਾਸੇ ਕੀ ਸਿਨੇਮਾ ਵਾਕਈ ਅੰਦੋਲਨ ਨੂੰ ਦਿਖਾਊਗਾ ਕਿਤੇ ਆਉਣ ਵਾਲੇ ਸਮੇਂ ਵਿੱਚ? ਦੇਖੋ, ਅੰਦੋਲਨ ਤਾਂ ਜਿਹੜਾ ਜੀ ਅੱਜ ਤੱਕ ਵੀ ਬੜੀ ਸਹੀ ਡਾਇਰੈਕਸ਼ਨ 'ਚ ਜਾ ਰਿਹਾ। ਬੜਾ ਉਹਨਾਂ ਨੇ ਕਵਰ ਕਰਕੇ ਬੜੇ ਸੁਚੱਜੇ ਢੰਗ ਨਾਲ, ਮੇਰੇ ਖਿਆਲ ਨਾਲ ਵਰਲਡ ਦਾ ਸਭ ਤੋਂ ਫਾਈਨੈਸਟ ਅੰਦੋਲਨ ਜਿਹੜਾ ਇਹ ਚੱਲ ਰਿਹਾ, ਜਿਹੜਾ ਇੰਨਾ ਇਹਦੇ 'ਚ ਮਾਸ ਜਿਹੜਾ ਉਹ ਇਨਵੋਲਵਡ ਹੈ, ਬਟ ਉਹ ਇੰਨਾ ਕੰਟਰੋਲਡ। ਮੈਨੂੰ ਲੱਗਦਾ ਕਿ ਸਾਰੇ ਸੰਸਾਰ ਵਾਸਤੇ ਇੱਕ ਪਿੱਛੇ ਜੇ ਯੂਐਸ ਵਿੱਚ ਵੀ ਹੁਣ ਇੱਕ ਰਿਵੋਲਟ ਹੋਇਆ ਸੀ, ਉਹਦੇ 'ਚ ਮੌਲਾਂ ਦੇ ਮੌਲ ਲੁੱਟੇ ਗਏ ਸੀ। ਅਸੀਂ ਬੜਾ ਉਹਨੂੰ ਸਿਵਲਾਈਜ਼ਡ ਕੰਟਰੀ ਸਮਝਦੇ ਹਾਂ ਯੂਐਸ ਨੂੰ, ਪਰ ਉੱਥੇ ਵੀ ਜਦੋਂ ਮੌਬ ਆ ਗਈ ਸੀ। ਔਰ ਕੁਛ ਪੰਜਾਬ ਦੇ ਇੰਡੀਆ ਦੇ ਵਿੱਚ ਵੀ ਪਹਿਲਾਂ ਅੰਦੋਲਨ ਇੱਦਾਂ ਦੇ ਦੇਖੇ ਨੇ ਜਿਹਦੇ 'ਚ ਬਹੁਤ ਨੁਕਸਾਨ ਹੋਇਆ ਸਰਕਾਰੀ ਔਰ ਲੋਕਾਂ ਦੀ ਨਿੱਜੀ ਸੰਪਤੀ ਦਾ। ਪਰ ਇਹ ਇੱਕ ਅੰਦੋਲਨ ਐਸਾ ਹੈ ਜਿਹਦੇ ਵਿੱਚ ਲੋਕ ਇੱਦਾਂ ਜੁੜ ਗਏ ਨੇ ਕਿ ਨੁਕਸਾਨ ਵਾਲੀ ਇਹ ਗੱਲ ਤਾਂ ਬੜੀ ਦੂਰ ਦੀ ਗੱਲ ਹੈ, ਲੋਕੀ ਇਮੋਸ਼ਨਲੀ ਜੁੜ ਗਏ ਨੇ ਕਿ ਯਾਰ ਇੰਨਾ ਪਿਆਰ ਕਰਨ ਵਾਲੇ ਲੋਕ, ਇੰਨਾ ਅਦਬ, ਇੰਨਾ ਆਦਰ-ਮਾਨ ਦੇਣ ਵਾਲੇ ਲੋਕ, ਜਿਨ੍ਹਾਂ ਦਾ ਅੱਜ ਉਹ ਲੋਕ ਅੱਗੇ ਆ ਗਏ ਜਿਹੜੇ ਕਹਿ ਰਹੇ ਜ਼ਮੀਨ ਨਹੀਂ ਹੈ ਤਾਂ ਕੀ ਹੈ, ਜ਼ਮੀਰ ਤਾਂ ਹੈ ਨਾ। ਕਿਸਾਨ ਜਿਹੜਾ ਇਹ ਜ਼ਮੀਨ ਤੋਂ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ, ਅੱਜ ਜ਼ਮੀਰ ਤੱਕ ਚਲਾ ਗਿਆ। ਮੇਰੇ ਖਿਆਲ ਨਾਲ ਬਹੁਤ ਵੱਡੀ ਅਚੀਵਮੈਂਟ ਹੈ। ਸਿਨੇਮੇ ਵਿੱਚ ਆਏਗੀ ਕਿਤੇ ਨਾ ਕਿਤੇ ਕਿਸਾਨੀ ਦੀ ਗੱਲ, ਕਿਉਂਕਿ ਆਪਾਂ ਸਿਨੇਮਾ ਉਹ ਚੀਜ਼ ਹੁੰਦਾ ਜੋ ਵਾਪਰਦੀਆਂ ਘਟਨਾਵਾਂ ਨੂੰ ਦੱਸਦਾ ਹੈ, ਉਹ ਦਿਖਾਉਂਦਾ, ਸਮੇਂ-ਸਮੇਂ ਤੇ ਜਾਗਰੂਕ ਵੀ ਕਰਦਾ ਵੀ ਸਾਡੇ ਸਮਾਜ 'ਚ ਕੀ ਵਾਪਰਿਆ। ਕਿ ਪੰਜਾਬੀ ਸਿਨੇਮਾ ਜ਼ਿੰਮੇਵਾਰੀ ਚੱਕੂਗਾ ਜੋ ਕਿਸਾਨਾਂ ਦਾ ਧਰਨਾ ਲੱਗਿਆ ਉਸ ਦੁਕਾਨ 'ਚ? ਮਾਰਕ ਮਾਈ ਵਰਡਸ, ਇਹਦੇ ਤੇ ਪੰਜਾਬੀ ਫਿਲਮ ਤਾਂ ਬਣੇਗੀ ਜਾਂ ਨਹੀਂ ਬਣੇਗੀ ਮੈਨੂੰ ਪਤਾ ਨਹੀਂ। ਇਹਦੇ ਤੇ ਤੁਹਾਨੂੰ ਹਾਲੀਵੁੱਡ ਤੇ ਫਿਲਮ ਬਣੀ ਜ਼ਰੂਰ ਮਿਲੇਗੀ। ਇੰਨਾ ਆਰਗੇਨਾਈਜ਼ਡ ਪ੍ਰੋਟੈਸਟ ਜਿਹੜਾ ਇਹ ਬਹੁਤ ਸਾਰੇ ਲੋਕਾਂ ਦੀ ਨਜ਼ਰ 'ਚ ਆ ਜਾਂਦਾ ਕਿ ਇਹ ਚੀਜ਼ ਕਦੇ ਨਾ ਕਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਔਰ ਮੇਰੇ 'ਤੇ ਯਕੀਨ ਰੱਖੋ ਤੁਸੀਂ, ਹਿੰਦੀ ਫਿਲਮ ਇੰਡਸਟਰੀ 'ਚ ਅੱਜ ਨਹੀਂ ਕੱਲ੍ਹ ਨੂੰ ਚੰਗਾ ਕੋਈ ਮਾਹੌਲ ਬਣੇਗਾ ਤੇ ਕੋਈ ਚੰਗਾ ਪ੍ਰੋਡਿਊਸਰ ਡਾਇਰੈਕਟਰ ਇਹ 'ਤੇ 101% ਫਿਲਮ ਬਣਾਏਗਾ। ਔਰ ਬਹੁਤ ਚਾਂਸਿਸ ਐਸੇ ਨੇ ਕਿ ਇਹ ਫਿਲਮ ਜਿਹੜੀ ਹੈ ਹਾਲੀਵੁੱਡ 'ਚ ਵੀ ਕਦੇ ਬਣੇਗੀ। ਪੰਜਾਬੀ ਵਿੱਚ ਤਾਂ ਇਹਦੇ 'ਤੇ ਬਹੁਤ ਕੰਮ ਹੋਏਗਾ। ਇਹਦੇ 'ਤੇ ਬੱਚੇ ਰਿਸਰਚ ਵੀ ਕਰਨਗੇ ਇਸ ਪ੍ਰੋਟੈਸਟ 'ਤੇ, PhD ਵੀ ਹੋਏਗੀ ਇਸ ਸਬਜੈਕਟ ਦੇ ਉੱਤੇ, ਔਰ ਇਹ ਸਿਲੇਬਸ 'ਚ ਪੜ੍ਹਾਇਆ ਜਾਏਗਾ ਅੰਦੋਲਨ। ਮੇਰੀ ਗੱਲ ਯਾਦ ਰੱਖਿਓ। ਜਦੋਂ ਵੀ ਕਿਸੇ ਦੇ ਖਿਲਾਫ ਕੋਈ ਚੀਜ਼ ਹੁੰਦੀ ਹੈ ਤਾਂ ਬਿਆਨ ਅਲੱਗ-ਅਲੱਗ ਆਉਂਦੇ ਨੇ। PM ਸਾਹਿਬ ਨੇ 84 ਦਾ ਜ਼ਿਕਰ ਕੀਤਾ ਹੈ, 47 ਦਾ ਜ਼ਿਕਰ ਕੀਤਾ ਹੈ। ਉਹ ਬੋਲੇ ਨੇ, ਉੱਥੇ ਭਾਸ਼ਣ ਉਹਨਾਂ ਦੀ ਹੈਗੀ ਹੈ, ਸਪੀਚ ਮੌਜੂਦ ਹੈ। ਕਿਉਂ ਲੱਗਦਾ ਕਿਉਂ ਬੋਲੇ ਨੇ ਹੁਣ? ਕਿਉਂਕਿ ਪਹਿਲਾਂ ਵੀ ਦੌਰ ਚੱਲਿਆ ਸੀ, ਇੱਕ ਜਦੋਂ 84 ਦਾ ਵੀ ਪਤਾ ਹੈ, 47 ਦਾ ਵੀ ਪਤਾ, ਸਭ ਨੂੰ ਸੰਤਾਪ ਜਿਹੜਾ ਪੰਜਾਬੀ ਨੇ ਭੁਗਤਿਆ ਸੀ। ਕਿਉਂ ਲੋੜ ਪੈ ਗਈ ਬੋਲਣ ਦੀ? ਕਿ ਉਹ ਸਾਨੂੰ ਦਿਖਾਇਆ ਜਾਵੇ ਕਿ 84 'ਚ ਕੀ ਹੋਇਆ ਸੀ, 47 'ਚ ਕੀ ਹੋਇਆ ਸੀ। ਨਹੀਂ, ਦੇਖੋ, PM ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹ ਕਿਸ ਅੰਦਾਜ਼ ਨਾਲ ਔਰ ਕਿਸ ਅੰਦਾਜ਼ੇ ਨਾਲ ਬੋਲਦੇ ਨੇ, ਮੇਰਾ ਕਮੈਂਟ ਕਰਨਾ ਬਣਦਾ ਨਹੀਂ।
ਪਰ ਮੈਂ ਕਹਾਂਗਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਰੋਜ਼ ਸੁਪਨਿਆਂ 'ਚ ਵੀ ਆਉਂਦੀਆਂ, ਸਾਡੇ ਸਾਹਮਣੇ ਅੱਖਾਂ ਦੇ ਹੈਗੀਆਂ ਨੇ, ਉਹ ਯਾਦ ਕਰਾਈਆਂ ਜਾਣ ਜਾਂ ਨਾ ਯਾਦ ਕਰਾਈਆਂ ਜਾਣ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। 84 ਜਾਂ 47 ਕਦੇ ਪੰਜਾਬੀਆਂ ਨੂੰ ਭੁੱਲ ਹੀ ਨਹੀਂ ਸਕਦੀ, ਤੇ ਉਹਦਾ ਜ਼ਿਕਰ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਕੋਈ ਫਰਕ ਨਹੀਂ ਪੈਂਦਾ। ਮੈਂ ਇੱਕ ਹੋਰ ਸਵਾਲ ਹੈ ਕਿ ਜੇ ਸਿੱਕਾ ਨੂੰ ਤੁਸੀਂ ਬਹੁਤ ਘੱਟ ਕਮੈਂਟ ਕਰਦੇ ਹੋ ਦੀਪ ਸਿੱਧੂ ਦੇ ਉੱਤੇ, ਸਵਾਲ ਇਸ ਲਈ ਕਰਨਾ ਬਣਦਾ ਕਿਉਂਕਿ ਤੁਸੀਂ ਵੀ ਜਾ ਕੇ ਉੱਥੇ ਹਾਜ਼ਰੀ ਲਗਾਉਂਦੇ ਰਹੇ ਹੋ, ਸਿੰਘੂ ਬਾਰਡਰ ਤੇ ਗਏ ਹੋ, 2 ਵਾਰੀ ਬੋਲੇ ਹੋ, ਹਾਜ਼ਰੀ ਵੀ ਲਗਾਈ ਹੈ, ਅੱਜ ਤੁਸੀਂ ਕਮੈਂਟ ਨਹੀਂ ਕਰਦੇ। ਲੱਗਦਾ ਕਿ ਬੋਲਣਾ ਚਾਹੀਦਾ ਦੀਪ ਸਿੱਧੂ ਦੇ ਮੁੱਦਿਆਂ ਤੇ। ਠੀਕ ਹੈ, ਜੁਡੀਸ਼ਲੀ ਦਾ ਹੈਗਾ ਕਿਤੇ ਨਾ ਕਿਤੇ, ਕੋਈ ਸਾਰੇ ਹੱਕ 'ਚ ਖੜੇ ਸੀ। ਜਦੋਂ ਸਿੰਘੂ ਬਾਰਡਰ ਗਏ ਸੀ ਤੁਸੀਂ ਵੀ ਹੱਕ ਵਿੱਚ ਖੜੇ ਸੀ, ਤੁਸੀਂ ਵੀ ਉੱਥੇ ਆਵਾਜ਼ ਦਿੱਤੀ ਸੀ ਜਾ ਕੇ। ਕਿਸਾਨੀ ਦੇ ਹੱਕ ਵਿੱਚ ਖੜੇ ਆ ਭਾਜੀ। ਅੱਜ ਮੇਰੀਆਂ ਗੱਲਾਂ ਤੁਹਾਨੂੰ ਲੱਗਾ ਕਿਸਾਨੀ ਦੇ ਹੱਕ 'ਚ ਨਹੀਂ ਖੜੇ? ਨਹੀਂ, ਤੁਹਾਨੂੰ ਨਾਲ ਸਾਥ ਦੇ ਨਾਲ ਤਾਂ ਖੜਨਾ। ਅੱਜ ਵੀ ਖੜੇ ਆ ਭਾਜੀ, ਕਿਸਾਨੀ ਮੁੱਦੇ ਤੇ ਅੱਜ ਵੀ ਖੜੇ ਆ, ਕਿਸਾਨਾਂ ਦੇ ਨਾਲ ਇਸ ਪਲ ਵੀ ਖੜੇ ਆ, ਕੱਲ ਨੂੰ ਵੀ ਖੜੇ ਹੋਵਾਂਗੇ, ਜਦ ਤੱਕ ਅੰਦੋਲਨ ਚੱਲਦਾ ਨਾਲ ਹੀ ਖੜੇ ਆ ਅੰਦੋਲਨ ਦੇ। ਔਰ ਇਹਦੇ ਵਿੱਚ ਕਿਹੜੀਆਂ ਘਟਨਾਵਾਂ ਹੋ ਰਹੀਆਂ ਨੇ, ਕੀ ਹੋ ਰਿਹਾ, ਹਰ ਚੀਜ਼ ਤੇ ਮੈਂ ਕਮੈਂਟ ਕਰਾਂ, ਇਹ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਇਸ ਪੱਤਰਕਾਰਤਾ ਨੂੰ ਵੀ ਕਿਸੇ ਹੋਰ ਪਾਸੇ ਲੈ ਜਾਏਗਾ। ਜਿਹੜੇ ਕੰਮ ਲਈ ਮੈਂ ਅੱਜ ਆਇਆ, ਖਬਰ ਇਹ ਨਹੀਂ ਬਣੇਗੀ, ਖਬਰ ਕੁਝ ਹੋਰ ਬਣੇਗੀ। ਸੋ ਟਰਾਈ ਟੂ ਅੰਡਰਸਟੈਂਡ ਕਿ ਅਸੀਂ ਅੱਜ ਇੱਕ ਫਿਲਮ ਡਾਇਰੈਕਟਰੀ ਦੀ ਗੱਲ ਕਰਨ ਆਏ ਹਾਂ, ਤਾਂ ਵੀ ਸ਼ੁੱਡ ਸਟਿਕ ਔਨ ਦੈਟ ਓਨਲੀ। ਔਰ ਮੈਂ ਫਿਰ ਵੀ ਕਹਾਂਗਾ ਕਿ ਇਹ ਜਿਹੜਾ ਇੱਕ ਬੜਾ ਵੱਡੀ ਇਨਵੈਸਟੀਗੇਸ਼ਨ ਦਾ ਮੁੱਦਾ ਹੈ, ਇੱਕ ਲਾਈਨ ਦੇ ਵਿੱਚ ਮੈਂ ਕਮੈਂਟ ਕਰਦੇ ਹਾਂ, ਉਹ ਕੋਈ ਸੂਟ ਨਹੀਂ ਕਰਦਾ ਇੱਥੇ। ਔਰ ਇਹਦੇ ਤੇ ਇਨਵੈਸਟੀਗੇਸ਼ਨ ਜਦੋਂ ਹੋਵੇ, ਮੈਂ ਸਮਝਦਾ ਕਿਸੇ ਇੱਕ ਕਰੈਕਟਰ ਤੇ ਨਹੀਂ ਹੋਣੀ ਚਾਹੀਦੀ, ਉਸ ਘਟਨਾਕ੍ਰਮ ਤੇ ਹੋਣੀ ਚਾਹੀਦੀ ਹੈ। ਫਿਰ ਉਹਦੇ ਵਿੱਚ ਸਰਕਾਰੀ, ਗੈਰ ਸਰਕਾਰੀ ਜੋ ਲੋਕ ਇਨਵੋਲਡ ਸੀਗੇ, ਉਹ ਸਾਰਿਆਂ ਤੇ ਹੋਣੀ ਚਾਹੀਦੀ। ਕਿਸੇ ਇੱਕ ਨੂੰ ਟਾਰਗੇਟ ਕਰਕੇ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ, ਕਿਸੇ ਬੇਕਸੂਰ ਦੇ ਉੱਤੇ ਕੋਈ ਮੁੱਦਾ ਨਹੀਂ ਆਉਣਾ ਚਾਹੀਦਾ। ਪਰ ਇਹ ਹੈ ਕਿ ਮੈਨੂੰ ਲੱਗਦਾ ਕਿ ਕਿਸਾਨੀ ਸੰਘਰਸ਼ ਇੱਕ ਹੋਰ ਸਬਜੈਕਟ ਹੈ, ਇਹ ਜਿਹੜਾ ਤੁਸੀਂ ਪੁੱਛ ਰਹੇ ਹੋ, ਇੱਕ ਉਹ ਸਬਜੈਕਟ ਹੈ ਜਿਹੜਾ ਸ਼ਾਇਦ ਇੱਕ ਤੰਤਰ ਚਾਹੁੰਦਾ ਸੀ ਕਿ ਇਸ ਤੇ ਨੈਰੇਟਿਵ ਚੱਲ ਪਵੇ, ਇਹਦੇ ਤੇ ਗੱਲ ਚੱਲ ਪਵੇ। ਮੈਂ ਤਾਂ ਇਸ ਗੱਲ ਨੂੰ ਜ਼ਿਆਦਾ ਹਵਾ ਨਹੀਂ ਦੇ ਰਿਹਾ ਕਿ ਕਿਸਾਨੀ ਮੁੱਦੇ ਤੋਂ ਨਾ ਭਟਕ ਜਾਈਏ। ਇੱਕ ਆਖਰੀ ਸਵਾਲ ਇਹੀ ਹੈ ਕਿ ਜੇ ਸਿੱਕਨ ਕਿਸਾਨੀ ਧਰਨਾ ਲੱਗਿਆ ਹੋਇਆ, ਅਲੱਗ-ਅਲੱਗ ਲੋਕ ਹੁਣ ਵੀ ਜਾ ਰਹੇ ਨੇ ਉੱਥੇ, ਆਪਣੀ ਗੱਲਬਾਤ ਰੱਖਦੇ ਨੇ, ਕੋਈ ਕਿਸਾਨ ਸ਼ਹੀਦ ਵੀ ਹੋਏ ਨੇ ਉੱਥੇ ਜਾ ਕੇ। ਕਿਸਾਨਾਂ ਦੀ ਜੋ ਸ਼ਹੀਦਾਂ ਦੀ ਗੱਲ ਹੁੰਦੀ ਹੈ, ਪੋਲੀਟਿਕਸ ਪਾਰਟੀਆਂ ਕੋਈ ਨਹੀਂ ਬੋਲਦੀਆਂ, ਤੁਸੀਂ ਵੀ ਬੋਲਦੇ ਹੋ ਵੀ ਨਾਲ ਖੜੇ ਹੋ, ਇਹ ਕਿਉਂ ਨਹੀਂ ਬੋਲਦੀਆਂ ਜਾ ਕੇ? ਠੀਕ ਹੈ, ਜੇ ਸਿੱਕਨ 26 ਤਰੀਕ ਨੂੰ ਹੋਇਆ, ਉਸ ਉੱਪਰ ਨਿਖੇਧੀ ਕੀਤੀ ਜਾ ਸਕਦੀ ਹੈ, ਪਰ ਬੋਲਣਾ ਵੀ ਪੈਂਦਾ ਕਿਤੇ ਨਾ ਕਿਤੇ। ਨਹੀਂ, ਪੋਲੀਟੀਕਲ ਪਾਰਟੀਆਂ ਨੇ ਹੁਣ ਤਾਂ ਡਾਇਰੈਕਟਲੀ ਇਨਵੋਲਵ ਹੋਣਾ ਸ਼ੁਰੂ ਕਰ ਦਿੱਤਾ ਜੀ। ਔਰ ਮੈਨੂੰ ਲੱਗਦਾ ਕਿ ਗਾਜ਼ੀਪੁਰ ਬਾਰਡਰ ਤੇ ਕਾਫੀ ਪੋਲੀਟੀਕਲ ਲੋਕ ਜਿਹੜੇ ਨੇ ਉਹ ਬੈਕ ਸਟੇਜ ਮਿਲ ਕੇ ਆਏ ਨੇ। ਹਾਲਾਂਕਿ ਕਿਸਾਨਾਂ ਦਾ ਔਰ ਆਗੂਆਂ ਦਾ ਜੋ ਡਿਸੀਜਨ ਹੈ ਕਿ ਕੋਈ ਪੋਲੀਟੀਕਲ ਬੰਦਾ ਮੰਚ ਤੇ ਨਹੀਂ ਆਏਗਾ, ਆ ਕੇ ਬੋਲੇਗਾ ਨਹੀਂ, ਉਹ ਆਪਣੇ ਸਟੈਂਡ ਤੇ ਕਾਇਮ ਨੇ। ਪਰ ਅਗਰ ਹੁਣ ਬੈਕ ਸਟੇਜ ਆ ਕੇ ਅਗਰ ਕੋਈ ਸਮਰਥਨ ਦੇ ਰਿਹਾ ਹੈ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦੀ ਰੀੜ੍ਹ ਦੀ ਹੱਡੀ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਕੁਝ ਤੱਤਵ ਐਸੇ ਸੀਗੇ ਔਰ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਨੁਕਸਾਨ ਹੋ ਗਿਆ, ਉਦੋਂ ਫਿਰ ਮੈਨੂੰ ਲੱਗਦਾ ਕਿਸਾਨ ਆਗੂ ਨੂੰ ਵੀ ਲੱਗਾ ਹੋਣਾ ਕਿ ਜਿੱਥੋਂ ਸਟਰੈਂਥ ਮਿਲਦੀ ਹੈ ਉਹਨੂੰ ਗੈਦਰ ਕਰਨਾ ਚਾਹੀਦਾ। ਔਰ ਲੋਕਾਂ ਨੂੰ ਇੱਕ ਜਿਹੜਾ ਆਪਣਾ ਪਿਆਰ ਦਿਖਾਉਣਾ ਚਾਹੁੰਦੇ ਨੇ, ਉਹ ਦਿਖਾਉਣ ਦਾ ਮੌਕਾ ਦੇਣਾ ਚਾਹੀਦਾ, ਪਰ ਉਹਦਾ ਪੋਲੀਟੀਕਲ ਕੋਈ ਲਾਹਾ ਨਾ ਲਵੇ, ਇਸ ਕਰਕੇ ਉਹਨੂੰ ਬੈਕ ਸਟੇਜ ਰੱਖਿਆ ਜਾਵੇ। ਸਮਾਜਿਕ ਤੇ ਰਾਜਨੀਤੀ ਪਾਰਟੀਆਂ ਨੂੰ ਕਿੱਦਾਂ ਦੇਖੋਗੇ ਜਦੋਂ ਕਿਸਾਨੀ ਧਰਨਾ ਵਾਪਸ ਆਊਗਾ? ਕਿੱਦਾਂ ਦੇਖੋਗੇ ਇਸ ਚੀਜ਼ ਨੂੰ? ਕੀ ਬਦਲਾਅ ਦੇਖਦੇ ਹੋ ਸਮਾਜਿਕ ਤੇ ਰਾਜਨੀਤੀ ਪਾਰਟੀਆਂ? ਮੇਰੇ ਹਿਸਾਬ ਨਾਲ ਜੀ, ਮੈਂ ਤਾਂ ਕਿਸਾਨ ਨੂੰ ਇਹਦੇ ਵਿੱਚ ਖੁਸ਼ੀ ਨਾਲ ਮੁੜਦਾ ਦੇਖਣਾ ਚਾਹੁੰਦਾ। ਕਿਸਾਨ ਜਿਸ ਵੀ ਫੈਸਲੇ ਦੇ ਉੱਤੇ ਕਿਸਾਨ ਦੀ ਮੋਹਰ ਲੱਗਦੀ ਹੈ। ਪੰਜਾਬ 'ਚ ਕੀ ਬਦਲਾਅ ਹੋਗੇ ਇਹ ਚੀਜ਼ਾਂ ਦੇਖ ਕੇ, ਸਮਾਜਿਕ ਮੁੱਦਿਆਂ ਦੇ ਜਾਂ ਰਾਜਨੀਤੀ ਪਾਰਟੀਆਂ ਦੇ? ਇਹ ਤਾਂ ਬਿਲਕੁਲ ਜੀ ਇੱਕ ਲੋਕਾਂ ਨੂੰ ਸਮਝ ਆਏਗੀ ਕਿ ਉਹ ਜਿਹੜਾ ਇੱਕ ਪਿਛਲੇ ਕਈ ਸਾਲਾਂ ਤੋਂ, ਦਹਾਕਿਆਂ ਤੋਂ ਚੱਲਦਾ ਆ ਰਿਹਾ ਸੀ ਕਿ ਕੋਈ ਵੀ ਨੈਰੇਟਿਵ ਸੈੱਟ ਕਰਕੇ ਤੁਸੀਂ ਲੋਕਾਂ ਨੂੰ ਦਬਾ ਦਿਓ। ਮੇਰੇ ਖਿਆਲ ਨਾਲ ਅੱਜ ਲੋਕਾਂ ਨੂੰ ਬੋਲਣ ਦੀ ਇੱਕ ਸਮਝ ਆਏਗੀ ਕਿ ਬੋਲਣ ਦੀ ਵੈਲਿਊ ਕੀ ਹੁੰਦੀ ਹੈ, ਆਪਣੀ ਗੱਲ ਰੱਖਣ ਦਾ ਫਾਇਦਾ ਕੀ ਹੁੰਦਾ। ਮੇਰੇ ਖਿਆਲ ਨਾਲ ਇਹਦਾ ਸਮਾਜਿਕ ਚੇਤਨਾ ਬਹੁਤ ਵੱਡੀ ਇਹਦੇ ਜਾਗੇਗੀ ਜੀ। ਤੇ ਸਾਰੀ ਗੱਲਬਾਤ ਸੁਣੀ ਸਾਡੇ ਮੌਜੂਦ ਸਨ ਗੁਰਪ੍ਰੀਤ ਸਿੰਘ ਘੁੱਗੀ, ਜਿਨ੍ਹਾਂ ਨੇ ਇੱਕ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਵੀ ਸਰਚ ਹੋਏਗੀ, ਹਾਲੀਵੁੱਡ ਤੇ ਵੀ ਸਰਚ ਹੋਏਗੀ, ਫਿਲਮਾਂ ਵੀ ਬਣ ਗਈਆਂ ਕਿਸਾਨੀ ਦੇ ਮੁੱਦਿਆਂ ਨੂੰ, ਕਿਉਂਕਿ ਕਿਸਾਨੀ ਦਾ ਮੁੱਦਾ ਇਸ ਸਮੇਂ ਸਭ ਤੋਂ ਮੋਹਰੇ ਹੈ। ਕਿਸਾਨ ਉੱਥੇ ਬੈਠੇ ਨੇ, ਸਭ ਨੇ ਆਪਣੀ ਹਾਜ਼ਰੀ ਲਗਾਈ ਸੀ ਸਿੰਘੂ ਬਾਰਡਰ ਜਾ ਕੇ, ਅੱਜ ਵੀ ਨਾਲ ਨੇ। ਪਰ ਸਵਾਲ ਉਹੀ ਨੇ ਕਿ ਕਿਸਾਨੀ ਸੰਘਰਸ਼ ਖਤਮ ਕਦੋਂ ਹੋਊਗਾ? ਪੰਜਾਬ ਨਿਊਜ਼ ਦੇ ਪੇਜ ਨੂੰ ਲਾਈਕ ਕਰ ਦੇਣਾ, ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਦੂਜਿਆਂ ਤੱਕ ਵੀ ਗੱਲਬਾਤ ਪਹੁੰਚ ਸਕੇ।